ਵੀ ਪੂਰੇ ਭਾਰਤ ਦੇ ਅੰਦਰ ਜਿਹੜੇ ਗ੍ਰਿਡ ਬਣੇ ਹੋਏ ਆ, ਜਿਹੜੀਆਂ ਸਟੇਟਾਂ ਬਿਜਲੀ ਪੈਦਾ ਕਰਦੀਆਂ ਉਹ ਉੱਥੇ ਇਕੱਠੀ ਹੋ ਜਾਂਦੀ, ਉੱਥੋਂ ਫਿਰ ਜਿੰਨੀ ਜਿਹਨੂੰ ਜ਼ਰੂਰਤ ਹੈਗੀ ਆ ਉਹਦੀ ਉਪਲਬਧਤਾ ਅਨੁਸਾਰ ਮਿਲ ਜਾਂਦੀ ਆ। ਉਹ ਹਰ ਰੋਜ਼ ਦਾ ਰੇਟ ਤੈਅ ਹੁੰਦਾ। ਜਦੋਂ ਲੋਕਾਂ ਦੀ ਮੰਗ ਵੱਧ ਜਾਣੀ ਉਹਦਾ ਰੇਟ ਵੀ ਵੱਧ ਜਾਂਦਾ, ਜਦੋਂ ਲੋਕਾਂ ਦੀ ਮੰਗ ਘਟ ਜਾਂਦੀ ਆ ਉਹਦਾ ਰੇਟ ਵੀ ਘਟ ਜਾਂਦਾ। ਦੂਜਾ ਰੇਟ ਉਹਦਾ ਤੈਅ ਹੋਣਾ ਆ ਵੀ ਜਿਹੜੇ ਮਹਿਕਮਾ ਜਾਂ ਸਰਕਾਰ ਜਿਹਦੀ ਉਹਦੀ ਆਪਣੀ ਪੈਦਾਵਾਰ ਆ ਉਹ ਉਹਦੀ ਦੂਜਿਆਂ ਨਾਲੋਂ ਸਸਤੀ ਹੋਣੀ ਆ, ਤੇ ਜੇ ਉਹ ਬਾਹਰੋਂ ਖਰੀਦਦਾ ਆ ਤਾਂ ਕਲੀਅਰ ਹੈ ਵੀ ਉਹ ਮਹਿੰਗੀ ਹੋਣੀ ਆ। ਸੋ ਇਸ ਕੇਸ ਦੇ ਵਿੱਚ ਵੀ ਹੁਣ ਪੰਜਾਬ ਦੇ ਅੰਦਰ ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਆ ਤੇ ਪੰਜਾਬ ਦੇ ਆਪਣੇ ਥਰਮਲ ਸਟੇਸ਼ਨ ਤਾਂ ਆਪਾਂ ਵੇਚ ਦਿੱਤੇ ਆ ਜਾਂ ਬੰਦ ਕਰਤੇ ਆ। ਇਹ ਬਣਦਾ ਕਿ ਸਾਡੇ ਕੋਲ ਡੈਮ ਵੀ ਆ, ਸਾਡੇ ਕੋਲ ਥਰਮਲ ਪਲਾਂਟ ਵੀ ਅਸੀਂ ਏਡੇ ਬਣਾ ਲਏ, ਉਹਨਾਂ ਨੂੰ ਅਸੀਂ ਵੇਚਣ ਵੀ ਲੱਗ ਪਏ ਮੁੜ ਕੇ। ਤੇ ਜਦੋਂ ਸਾਨੂੰ ਉੱਥੋਂ ਸਸਤੀ ਬਿਜਲੀ ਸਾਡੇ ਘਰੇ ਬਣਦੀ ਸੀਗੀ ਤਾਂ ਅਸੀਂ ਬਾਹਰੋਂ ਮਹਿੰਗੀ ਕਿਉਂ ਲੈਣ ਲੱਗੇ? ਬਹੁਤ ਅੱਛਾ ਸਵਾਲ ਹੈ ਜੀ ਇਹ, ਵੀ ਜਦੋਂ ਆਪਣੇ ਕੋਲ ਉਹ ਬਿਜਲੀ ਮਿਲਦੀ ਸੀਗੀ ਤੇ ਉਸ ਵੇਲੇ ਇਹ ਸਾਰਾ ਮਹਿਕਮਾ ਸਰਕਾਰੀ ਸੀ, ਸਾਰਾ ਤੰਤਰ ਸਰਕਾਰੀ ਸੀਗਾ। ਜਿਹੜੀ ਆਪਾਂ ਅੱਜ ਦੀ ਗੱਲ ਸਧਾਰਨ ਭਾਸ਼ਾ 'ਚ ਕਰੀਏ, ਪੁਆੜੇ ਦੀ ਜੜ ਹੈਗੀ ਆ ਇਹੀ ਚੀਜ਼। ਪਾਣੀ ਤੋਂ ਬਿਜਲੀ ਬਣਦੀ ਆ ਜਿਹਨੂੰ ਆਪਾਂ ਡੈਮ ਕਹਿੰਦੇ ਆ, ਡੈਮਾਂ ਤੋਂ ਜਿਹੜੀ ਬਿਜਲੀ ਬਣਦੀ ਆ ਉਹ ਲਗਭਗ ਕੋਈ 18 ਪੈਸੇ ਯੂਨਿਟ ਦੇ ਹਿਸਾਬ ਨਾਲ ਸਾਨੂੰ ਪੈ ਰਹੀ ਹੈ, ਕਿਉਂਕਿ ਉਹਦੇ ਤੇ ਇੱਕੋ ਵਾਰੀ ਕਾਸਟ ਹੋਣੀ, ਉਹਦੇ ਤੋਂ ਬਾਅਦ ਸਿਰਫ ਉਹਦਾ ਮਾੜਾ ਮੋਟਾ ਮੇਨਟੇਨੈਂਸ ਦਾ ਖਰਚਾ ਹੈ। ਸੋ ਉਹ 18 ਪੈਸੇ ਪੈ ਰਹੀ ਆ। ਤੇ ਜਿਹੜੀ ਅਸੀਂ ਆਪਣੀ ਕੋਲੇ ਤੋਂ ਬਿਜਲੀ ਤਿਆਰ ਕਰਦੇ ਸੀਗੇ, ਉਹ ਜਦੋਂ ਅਸੀਂ ਜਿੰਨੀ ਬਿਜਲੀ ਤਿਆਰ ਕਰਦੇ ਸੀ, ਜਦੋਂ ਉਹਦੀ ਪੂਰੀ ਵਰਤੋਂ ਕਰਦੇ ਸੀਗੇ ਤੇ ਸਾਡੇ ਜਿਹੜੇ ਯੂਨਿਟ ਸੀਗੇ ਉਹਨਾਂ ਨੂੰ ਰਾਸ਼ਟਰੀ ਅਵਾਰਡ ਵੀ ਮਿਲੇ ਆ। ਕਹਿੰਦੇ ਜਿਹੜੀ ਸਰਕਾਰੀ ਤੌਰ ਤੇ ਬਿਜਲੀ ਲੈ ਰਹੇ ਆ ਉਹ ਬਿਜਲੀ ਲਗਭਗ ਕੋਈ 4 ਰੁਪਏ ਤੋਂ 4.5 ਰੁਪਏ ਤੋਂ ਉੱਪਰ ਜਿਹੜੀ ਹੈਗੀ ਆ ਉਹ ਲਈ ਜਾ ਰਹੀ ਆ। ਉਹਦੇ ਤੇ ਐਡਮਿਨਿਸਟ੍ਰੇਟਿਵ ਚਾਰजेस, ਉਹਦੇ ਤੇ ਬਾਕੀ ਦੇ ਜਿਹੜੇ ਖਰਚੇ ਹੈਗੇ ਆ ਉਹ ਪੈ ਕੇ ਉਹ ਅੱਜ ਦੀ ਡੇਟ ਦੇ ਅੰਦਰ ਲੋਕਾਂ ਤੱਕ ਜਿਹੜਾ ਹੈਗਾ ਪਹਿਲਾ ਸਲੈਬ ਉਹ ਕੋਈ 6.5 ਰੁਪਏ ਯੂਨਿਟ ਜਾ ਰਿਹਾ ਹੈ। ਇਲੈਕਸ਼ਨ ਨੇੜੇ ਆ ਰਹੇ ਨੇ ਤੇ ਲੀਡਰਾਂ ਨੂੰ ਹੁਣ ਆਮ ਲੋਕਾਂ ਦੀ ਯਾਦ ਆਉਣੀ ਸ਼ੁਰੂ ਹੋ ਗਈ ਹੈ। ਆਮ ਮੁੱਦੇ ਲੋਕਾਂ ਦੀ ਜ਼ੁਬਾਨ ਤੋਂ ਹੁਣ ਲੀਡਰਾਂ ਦੀ ਜ਼ੁਬਾਨ ਤੇ ਆਉਣ ਲੱਗ ਪਏ ਨੇ। ਅੱਜ ਕੱਲ੍ਹ ਤੁਸੀਂ ਲੀਡਰਾਂ ਦੀ ਜ਼ੁਬਾਨ ਤੇ ਇੱਕ ਮੁੱਦਾ ਬਹੁਤ ਸੁਣਿਆ ਹੋਊਗਾ ਕਿ ਬਿਜਲੀ ਸਸਤੀ ਕਰ ਦਿਆਂਗੇ, ਸਾਡੀ ਸਰਕਾਰ ਲਿਆਉਂਗੇ ਤਾਂ ਅਸੀਂ ਬਿਜਲੀ ਸਸਤੀ ਕਰ ਦਿਆਂਗੇ। ਕੋਈ ਕਹਿੰਦਾ ਅਸੀਂ ਫ੍ਰੀ ਕਰ ਦਿਆਂਗੇ। ਫ੍ਰੀ ਪੰਜਾਬ ਦੇ ਵਿੱਚ ਹੋ ਸਕਦੀ ਹੈ ਬਿਜਲੀ ਕਿ ਨਹੀਂ ਹੋ ਸਕਦੀ, ਇਹ ਵੀ ਚੁਣਾਵੀ ਲਾਰੇ ਨੇ। ਇਸ ਬਾਰੇ ਅੱਜ ਘੋਖਾਂਗੇ, ਕੱਲੀ ਗੱਲ ਤੁਹਾਨੂੰ ਦੱਸਾਂਗੇ ਕਿ ਪੰਜਾਬ ਦੇ ਵਿੱਚ ਬਿਜਲੀ ਕਿਉਂ ਇੰਨੀ ਮਹਿੰਗੀ ਆ, ਜੇ ਸਸਤੀ ਹੋ ਸਕਦੀ ਹੈ ਤੇ ਕਿਵੇਂ ਹੋ ਸਕਦੀ ਹੈ, ਜੇ ਨਹੀਂ ਹੋ ਸਕਦੀ ਤਾਂ ਕੱਲੇ ਇਹ ਲੀਡਰਾਂ ਦੇ ਲਾਰੇ ਹੀ ਨੇ। ਤਾਂ ਮੇਰੇ ਨਾਲ ਜਸਵੰਤ ਰਾਏ ਜੀ ਨੇ, ਬਿਜਲੀ ਮਹਿਕਮੇ ਤੋਂ ਰਿਟਾਇਰ ਆਫਿਸਰ ਨੇ। ਗੱਲਬਾਤ ਕਰਦੇ ਆ ਕਿ ਬਿਜਲੀ ਸਸਤੀ ਹੋ ਸਕਦੀ ਹੈ ਕਿ ਨਹੀਂ ਹੋ ਸਕਦੀ। ਰਾਏ ਸਾਹਿਬ, ਲੀਡਰ ਕਹਿੰਦੇ ਆ ਬਿਜਲੀ ਅਸੀਂ ਸਸਤੀ ਕਰ ਦਿਆਂਗੇ ਜੇ ਸਰਕਾਰ ਸਾਡੀ ਆਉਂਦੀ ਆ, ਇਹ ਵੀ ਲਾਰਾ ਹੀ ਆ ਕਿ ਜਾਂ ਵਾਕਈ ਕਰ ਦੇਣਗੇ? ਪਹਿਲਾਂ ਤਾਂ ਮਨਦੀਪ ਜੀ, ਮੈਂ ਵਿਸ਼ੇਸ਼ ਤੌਰ ਤੇ ਡੇਲੀ ਪੋਸਟ ਪੰਜਾਬੀ ਦਾ ਬਹੁਤ ਧੰਨਵਾਦੀ ਹਾਂ ਕਿ ਇਹ ਪਿਛਲੇ ਲੰਬੇ ਸਮੇਂ ਤੋਂ ਜਦੋਂ ਤੋਂ ਹੋਂਦ 'ਚ ਆਇਆ, ਇਹ ਬਹੁਤ ਅੱਛੇ ਤਰੀਕੇ ਦੇ ਨਾਲ ਲੋਕਾਂ ਦੇ ਜਿਹੜੇ ਮੁੱਦੇ ਆ ਉਹਨੂੰ ਲੋਕਾਂ ਦੀ ਕਚਹਿਰੀ 'ਚ ਬਹੁਤ ਸਾਦੀ ਭਾਸ਼ਾ 'ਚ ਲੈ ਕੇ ਜਾਂਦਾ ਤੇ ਲੋਕਾਂ ਨੂੰ ਸਮਝ ਵੀ ਆਉਂਦੀ ਆ। ਔਰ ਅੱਜ ਦਾ ਜਿਹੜਾ ਤੁਸੀਂ ਵਿਸ਼ਾ ਲਿਆ ਹੈਗਾ, ਮੈਂ ਸਮਝਦਾ ਵੀ ਇਹ ਲੋਕਾਂ ਦੇ ਨਾਲ ਭਾਵਨਾਤਮਕ ਤੌਰ ਤੇ ਵੀ ਜੁੜਿਆ ਹੋਇਆ ਤੇ ਇਹ ਸਿੱਧੇ ਤੌਰ ਤੇ ਉਹਨਾਂ ਦੀ ਆਰਥਿਕਤਾ ਨਾਲ ਵੀ ਜੁੜਿਆ ਹੋਇਆ ਤੇ ਉਹਨਾਂ ਦੇ ਜੀਵਨ ਪੱਧਰ ਨਾਲ ਵੀ ਜੁੜਿਆ ਹੋਇਆ। ਉਹ ਵਾਕਿਆ ਹੀ ਇਹ ਸਵਾਲ ਬਹੁਤ ਢੁਕਵਾਂ ਸਵਾਲ ਤੁਸੀਂ ਕੀਤਾ ਪਹਿਲਾਂ ਹੀ, ਵੀ ਲੋਕਾਂ ਨੂੰ ਅੱਜ ਦੇ ਸਮੇਂ ਦੇ ਅੰਦਰ ਇਹ ਚੀਜ਼ ਦੇ ਉੱਤੇ ਕਲੈਰਿਟੀ ਹੋਣਾ ਬਹੁਤ ਜ਼ਰੂਰੀ ਆ। ਕਿੱਦਾਂ ਹੋ ਸਕਦਾ, ਕੀ ਨਹੀਂ ਹੋ ਸਕਦਾ। ਹਾਂ, ਇਹ ਜਿਹੜੀ ਗੱਲ ਕਹੀ ਜਾ ਰਹੀ ਹੈ ਵੀ ਇਹ ਸਸਤੀ ਦੇ ਦਿਆਂਗੇ ਤੇ ਫਿਰ ਮਹਿੰਗੀ ਕਿਉਂ ਹੋਈ, ਪਹਿਲਾਂ ਤਾਂ ਸਵਾਲ ਇੱਥੇ ਖੜਾ ਹੁੰਦਾ। ਬਿਜਲੀ ਹੁੰਦੀ ਕੀ ਹੈ, ਇਹਦੇ ਰੇਟ ਕਿੱਦਾਂ ਬਣਦੇ ਆ, ਪਹਿਲਾਂ ਇਹਦੇ ਤੇ ਆਪਾਂ ਗੱਲ ਕਰਾਂਗੇ। ਜਿਹੜੀ ਵੀ ਚੀਜ਼ ਕੋਈ ਪੈਦਾਵਾਰ ਹੋਣੀ ਆ, ਤੇ ਬਿਜਲੀ ਇੱਕ ਐਸੀ ਪੈਦਾਵਾਰ ਵਾਲੀ ਚੀਜ਼ ਹੈ ਵੀ ਜਿਹੜੀ ਆਪਾਂ ਨੂੰ 3 ਤਰ੍ਹਾਂ ਨਾਲ ਮਿਲਦੀ ਆ। ਇੱਕ ਤਾਂ ਹੈਗਾ ਜਿਹਨੂੰ ਆਪਾਂ ਪਣ ਬਿਜਲੀ ਕਹਿੰਦੇ ਆ, ਸਧਾਰਨ ਭਾਸ਼ਾ 'ਚ ਜਿਹੜੀ ਪਾਣੀ ਤੋਂ ਬਿਜਲੀ ਬਣਾਉਂਦੇ ਆਪਾਂ ਡੈਮ ਬਣਾ ਕੇ, ਉਹ ਸਭ ਤੋਂ ਸਸਤੀ ਬਿਜਲੀ ਹੁੰਦੀ ਆ। ਦੂਜੀ ਬਿਜਲੀ ਜਿਹੜੀ ਪੰਜਾਬ ਦੇ ਵਿੱਚ ਆਪਣੇ ਕੋਲ ਉਪਲਬਧ ਹੈਗੀ ਆ, ਉਹ ਹੈਗੀ ਜਿਹੜੀ ਕੋਲੇ ਨਾਲ ਬਣਦੀ, ਜਿਹਨੂੰ ਆਪਾਂ ਥਰਮਲ ਪਾਵਰ ਸਟੇਸ਼ਨ ਕਹਿੰਦੇ ਆ। ਤੇ ਤੀਜੀ ਹੈਗੀ ਆ ਜਿਹੜੀ ਆਪਾਂ ਕਾਮਨ, ਜਿਹੜੀ ਸਰਕਾਰ ਅਕਸਰ ਕਹਿੰਦੀ ਆ ਵੀ, ਜਾਂ ਇਹ ਲੀਡਰ ਲੋਕ ਕਹਿੰਦੇ ਆ ਵੀ ਇਹ ਜਿਹੜੀ ਆ ਬਿਜਲੀ ਇਹ ਅਸੀਂ ਬਾਹਰੋਂ ਇਸ ਕਰਕੇ ਖਰੀਦਦੇ ਆ ਵੀ ਸਸਤੀ ਮਿਲਦੀ ਆ, ਉਹ ਹੈਗੀ ਕਾਮਨ ਪੂਲ ਦੀ ਬਿਜਲੀ। ਵੀ ਪੂਰੇ ਭਾਰਤ ਦੇ ਅੰਦਰ ਜਿਹੜੇ ਗ੍ਰਿਡ ਬਣੇ ਹੋਏ ਆ, ਜਿਹੜੀਆਂ ਸਟੇਟਾਂ ਬਿਜਲੀ ਪੈਦਾ ਕਰਦੀਆਂ ਉਹ ਉੱਥੇ ਇਕੱਠੀ ਹੋ ਜਾਂਦੀ, ਉੱਥੋਂ ਫਿਰ ਜਿੰਨੀ ਜਿਹਨੂੰ ਜ਼ਰੂਰਤ ਹੈਗੀ ਆ ਉਹਦੀ ਉਪਲਬਧਤਾ ਅਨੁਸਾਰ ਮਿਲ ਜਾਂਦੀ ਆ। ਉਹ ਹਰ ਰੋਜ਼ ਦਾ ਰੇਟ ਤੈਅ ਹੁੰਦਾ। ਜਦੋਂ ਲੋਕਾਂ ਦੀ ਮੰਗ ਵੱਧ ਜਾਣੀ ਉਹਦਾ ਰੇਟ ਵੀ ਵੱਧ ਜਾਂਦਾ, ਜਦੋਂ ਲੋਕਾਂ ਦੀ ਮੰਗ ਘਟ ਜਾਂਦੀ ਆ ਉਹਦਾ ਰੇਟ ਵੀ ਘਟ ਜਾਂਦਾ। ਸੋ ਇੱਥੇ ਆ ਕੇ ਸਵਾਲ ਦੂਜਾ ਇਹਦਾ ਪਾਰਟ ਬਣਦਾ ਹੈਗਾ ਵੀ ਜਿਹੜੀ ਬਿਜਲੀ ਹੈ, ਇੱਕ ਤਾਂ ਇਸ ਤਰੀਕੇ ਦੇ ਨਾਲ ਉਹਦਾ ਰੇਟ ਤੈਅ ਹੋਣਾ, ਦੂਜਾ ਰੇਟ ਉਹਦਾ ਤੈਅ ਹੋਣਾ ਆ ਵੀ ਜਿਹੜੇ ਮਹਿਕਮਾ ਜਾਂ ਸਰਕਾਰ ਜਿਹਦੀ ਉਹਦੀ ਆਪਣੀ ਪੈਦਾਵਾਰ ਆ ਉਹ ਉਹਦੀ ਦੂਜਿਆਂ ਨਾਲੋਂ ਸਸਤੀ ਹੋਣੀ ਆ, ਤੇ ਜੇ ਉਹ ਬਾਹਰੋਂ ਖਰੀਦਦਾ ਆ ਤਾਂ ਕਲੀਅਰ ਹੈ ਵੀ ਉਹ ਮਹਿੰਗੀ ਹੋਣੀ ਆ। ਸੋ ਇਸ ਕੇਸ ਦੇ ਵਿੱਚ ਵੀ ਹੁਣ ਪੰਜਾਬ ਦੇ ਅੰਦਰ ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਆ ਤੇ ਪੰਜਾਬ ਦੇ ਆਪਣੇ ਥਰਮਲ ਸਟੇਸ਼ਨ ਤਾਂ ਆਪਾਂ ਵੇਚ ਦਿੱਤੇ ਆ ਜਾਂ ਬੰਦ ਕਰਤੇ ਆ।
ਉੱਥੋਂ ਬਿਜਲੀ ਲੈਣੀ ਬੰਦ ਕਰਤੀ। ਜਦੋਂ ਉਹ ਬੰਦ ਕਰਤੀ, ਉਹ ਕਿਉਂ ਬੰਦ ਕੀਤੀ? ਕਿਉਂਕਿ ਪਿਛਲੇ ਸਮੇਂ ਦੇ ਅੰਦਰ ਪੋਲੀਟੀਕਲ ਲੋਕਾਂ ਨੇ ਇਹ ਲਾਰੇ ਲੋਕਾਂ ਨੂੰ ਬਹੁਤ ਸੁਲਭਾਵਣੇ ਦੇ ਕੇ ਵੀ ਹੁਣ ਅਸੀਂ ਬਿਜਲੀ ਇੰਨੀ ਸਰਪਲਸ ਕਰ ਦਿਆਂਗੇ, ਪਾਕਿਸਤਾਨ ਨੂੰ ਵੀ ਦੇਣੀ ਸ਼ੁਰੂ ਕਰ ਦਿਆਂਗੇ। ਪਤਾ ਨਹੀਂ ਲੱਗਾ ਵੀ ਪਾਕਿਸਤਾਨ ਨੂੰ ਦਿੱਤੀ ਆ, ਉਹਨੇ ਲਈ ਆ ਕਿ ਨਹੀਂ ਲਈ, ਪਰ ਸਾਡੇ ਲਈ ਉਹਦਾ ਘਾਣ ਜਿਹੜਾ ਉਹ ਬਿਲਕੁਲ ਸਾਹਮਣੇ ਆ। ਅੱਛਾ, ਇੱਕ ਗੱਲ ਇਹ ਵੀ ਹੈ ਕਿ ਹੁਣ ਮੁੱਢਲਾ ਸਵਾਲ ਇਹ ਬਣਦਾ ਕਿ ਸਾਡੇ ਕੋਲ ਡੈਮ ਵੀ ਆ, ਸਾਡੇ ਕੋਲ ਥਰਮਲ ਪਲਾਂਟ ਵੀ ਅਸੀਂ ਏਡੇ ਏਡੇ ਬਣਾ ਲਏ, ਉਹਨਾਂ ਨੂੰ ਅਸੀਂ ਵੇਚਣ ਵੀ ਲੱਗ ਪਏ ਮੁੜ ਕੇ। ਤਾਂ ਜਦੋਂ ਸਾਨੂੰ ਉੱਥੋਂ ਸਸਤੀ ਬਿਜਲੀ ਸਾਡੇ ਘਰੇ ਬਣਦੀ ਸੀਗੀ ਤਾਂ ਅਸੀਂ ਬਾਹਰੋਂ ਮਹਿੰਗੀ ਕਿਉਂ ਲੈਣ ਲੱਗੇ? ਬਹੁਤ ਬਹੁਤ ਅੱਛਾ ਸਵਾਲ ਹੈ ਜੀ ਇਹ, ਵੀ ਜਦੋਂ ਆਪਣੇ ਕੋਲ ਉਹ ਬਿਜਲੀ ਮਿਲਦੀ ਸੀਗੀ ਤੇ ਉਸ ਵੇਲੇ ਇਹ ਸਾਰਾ ਮਹਿਕਮਾ ਸਰਕਾਰੀ ਸੀ, ਸਾਰਾ ਤੰਤਰ ਸਰਕਾਰੀ ਸੀਗਾ। ਜਿਹੜੀ ਆਪਾਂ ਅੱਜ ਦੀ ਗੱਲ ਸਧਾਰਨ ਭਾਸ਼ਾ 'ਚ ਕਰੀਏ, ਪੁਆੜੇ ਦੀ ਜੜ ਹੈਗੀ ਆ ਇਹੀ ਚੀਜ਼ ਵੀ ਜੇ ਇਹਦਾ ਵਪਾਰੀਕਰਨ ਕਰਨਾ ਆ। 1948 ਦੇ ਵਿੱਚ ਜਿਹੜਾ ਬਿਜਲੀ ਐਕਟ ਬਣਿਆ, ਸਪਲਾਈ ਐਕਟ ਜਿਹਨੂੰ ਕਹਿੰਦੇ ਆ, ਦੇਖੋ 1948 ਦੇ ਵਿੱਚ 1950 ਦੇ ਵਿੱਚ ਕਨਸਟੀਟਿਊਸ਼ਨ ਲਾਗੂ ਹੁੰਦਾ, ਪਰ ਇਹ 1948 ਦੇ ਵਿੱਚ ਐਕਟ ਬਣਾਉਣਾ ਪੈ ਜਾਂਦਾ। ਸਭ ਤੋਂ ਪਹਿਲਾ ਐਕਟ ਹੈ। ਇਹਦੇ ਵਿੱਚ ਪ੍ਰੋਵੀਜ਼ਨ ਰੱਖੀ ਗਈ ਸੀਗੀ ਵੀ ਇਹ ਜਿਹੜੇ ਮਹਿਕਮੇ ਆ ਸਰਕਾਰੀ, ਇਹਨਾਂ ਸਰਕਾਰੀ ਮਹਿਕਮਿਆਂ ਨੂੰ 3% ਪ੍ਰੋਫਿਟ ਇਹ ਤਿਆਰ ਲੈ ਸਕਦੇ ਆ। ਪਰ ਮੌਜੂਦਾ ਸਰਕਾਰਾਂ ਨੇ ਹੁਣ ਤੱਕ ਉਹਨਾਂ ਨੂੰ ਕਦੀ 3% ਤਾਂ ਛੱਡ ਕੇ 1% ਵੀ ਪ੍ਰੋਫਿਟ ਨਹੀਂ ਲੈਣ ਦਿੱਤਾ। ਉਹਦੇ ਕਰਕੇ ਆਪਣੇ ਜਿਹੜੇ ਚੁਣਾਵੀ ਮੁੱਦੇ ਹੈਗੇ ਆ ਉਹਨੂੰ ਧਿਆਨ 'ਚ ਰੱਖ ਕੇ ਫ੍ਰੀ ਦੇ ਦਿਓ, ਫ੍ਰੀ ਦੇ ਦਿਓ। ਦੇਣਾ, ਅਸੀਂ ਇਹਦੀ ਆਲੋਚਨਾ ਨਹੀਂ ਕਰ ਰਹੇ, ਦੇਣਾ ਬਣਦਾ, ਪਰ ਉਹਦੀ ਪ੍ਰਤੀਪੂਰਤੀ ਵੀ ਬਣਦੀ ਸੀਗੀ। ਸਰਕਾਰਾਂ ਨੇ ਪ੍ਰਤੀਪੂਰਤੀ ਨਾ ਕਰਨ ਦੇ ਇਵਜ਼ ਦੇ ਅੰਦਰ ਮਹਿਕਮੇ ਜਿਹੜੇ ਆ ਦਿਨ ਬਾ ਦਿਨ ਉਹਨਾਂ ਦੀ ਹਾਲਤ ਨਿੱਘਰਦੀ ਚਲੇ ਗਈ। ਹਾਲਤ ਨਿੱਘਰਨ ਤੋਂ ਬਾਅਦ ਇੱਕ ਦਿਨ ਇੱਦਾਂ ਦਾ ਆ ਗਿਆ, ਫਿਰ ਇਹ ਕਹਿਣਾ ਸ਼ੁਰੂ ਕਰਤਾ ਵੀ ਹੁਣ ਜਿਹੜੀ ਹੈ ਸਰਕਾਰ ਇਹ 'ਚ ਪੈਸਾ ਨਹੀਂ ਲਾ ਸਕਦੀ, ਇਸ ਕਰਕੇ ਬਾਹਰਲੇ ਸੋਰਸਿਸ ਤੋਂ ਬਿਜਲੀ ਲੈਣੀ ਆ। ਫਿਰ ਆਪਣੀ ਬਿਜਲੀ ਬਣਾਉਣੀ ਬੰਦ ਕਰਤੀ ਕਿਉਂਕਿ ਉਹਦਾ ਉਪਕਰਨ ਸੀਗੇ ਉਹ ਪੁਰਾਣੇ ਹੋ ਗਏ, ਉੱਥੇ ਲਾਸਿਸ ਵਧਣ ਲੱਗ ਪਏ। ਉਹਨੂੰ ਫਿਰ ਪੈਸੇ ਚਾਹੀਦੇ ਸੀਗੇ, ਪੈਸੇ ਫਿਰ ਇਹਨਾਂ ਨੇ ਨਾ ਕਰਕੇ ਤੇ ਉਹ ਫਿਰ ਪ੍ਰਾਈਵੇਟ ਲੋਕਾਂ ਤੋਂ ਬਿਜਲੀ ਬਣਾਉਣ ਦਾ ਢੰਗ ਸ਼ੁਰੂ ਲੱਭ ਲਿਆ। ਜਦੋਂ ਆਪਾਂ ਬਿਜਲੀ ਇੱਥੇ ਬਣਾਉਂਦੇ ਸੀਗੇ ਤਾਂ ਉਦੋਂ ਅੰਦਾਜ਼ਨ ਕਿੰਨੇ ਕੁ ਰੁਪਈਏ ਯੂਨਿਟ ਸਾਨੂੰ ਪੈਂਦੀ ਸੀਗੀ ਜਾਂ ਬਣ ਕੇ ਕਿੰਨੇ ਪੈਸੇ ਖਰਚਾ ਆਉਂਦਾ ਸੀਗਾ, ਤੇ ਹੁਣ ਅਸੀਂ ਬਾਹਰੋਂ ਲੈ ਰਹੇ ਹਾਂ ਤੇ ਸਾਨੂੰ ਕਿੰਨੇ ਰੁਪਏ ਯੂਨਿਟ ਮਿਲ ਰਿਹਾ? ਬਹੁਤ ਵਧੀਆ ਜੀ। ਇਹ ਜਿਹੜੀ ਅੱਜ ਦੀ ਡੇਟ 'ਚ ਵੀ ਪਾਣੀ ਤੋਂ ਬਿਜਲੀ ਬਣਦੀ ਆ, ਜਿਹਨੂੰ ਆਪਾਂ ਡੈਮ ਕਹਿੰਦੇ ਆ, ਡੈਮਾਂ ਤੋਂ ਜਿਹੜੀ ਬਿਜਲੀ ਬਣਦੀ ਆ ਉਹ ਲਗਭਗ ਕੋਈ 18 ਪੈਸੇ ਯੂਨਿਟ ਦੇ ਹਿਸਾਬ ਨਾਲ ਸਾਨੂੰ ਪੈ ਰਹੀ ਆ, ਕਿਉਂਕਿ ਉਹਦੇ ਤੇ ਇੱਕੋ ਵਾਰੀ ਕਾਸਟ ਹੋਣੀ, ਉਹਦੇ ਤੋਂ ਬਾਅਦ ਸਿਰਫ ਉਹਦਾ ਮਾੜਾ ਮੋਟਾ ਮੇਨਟੇਨੈਂਸ ਦਾ ਖਰਚਾ ਹੈ। ਸੋ ਉਹ 18 ਪੈਸੇ ਪੈ ਰਹੀ ਆ। ਤੇ ਜਿਹੜੀ ਅਸੀਂ ਆਪਣੀ ਕੋਲੇ ਤੋਂ ਬਿਜਲੀ ਤਿਆਰ ਕਰਦੇ ਸੀਗੇ, ਉਹ ਜਦੋਂ ਅਸੀਂ ਜਿੰਨੀ ਬਿਜਲੀ ਤਿਆਰ ਕਰਦੇ ਸੀ, ਜਦੋਂ ਉਹਦੀ ਪੂਰੀ ਵਰਤੋਂ ਕਰਦੇ ਸੀਗੇ ਤੇ ਸਾਡੇ ਜਿਹੜੇ ਯੂਨਿਟ ਸੀਗੇ ਉਹਨਾਂ ਨੂੰ ਰਾਸ਼ਟਰੀ ਅਵਾਰਡ ਵੀ ਮਿਲੇ ਆ, ਕਿਉਂਕਿ ਪੂਰੇ ਪੀਕ ਦੇ ਤੱਕ ਚੱਲਦੇ ਰਹੇ ਆ। ਤੇ ਜਦੋਂ ਤੁਸੀਂ ਪੀਕ ਤੇ ਚਲਾਓਗੇ, ਉਹਦੀ ਵਰਤੋਂ ਕਰੋਗੇ ਤੇ ਉਦੋਂ ਜਿਹੜਾ ਉਹਦਾ ਰੇਟ ਹੈ ਉਹ ਘਟਦਾ ਜਾਏਗਾ, ਤੇ ਜਦੋਂ ਤੁਸੀਂ ਘੱਟ ਬਿਜਲੀ ਬਣਾਓਗੇ ਤੇ ਉਦੋਂ ਉਹਦਾ ਰੇਟ ਵੱਧਦਾ ਚਲਾ ਜਾਏਗਾ। ਉਸ ਵੇਲੇ ਸਾਨੂੰ ਲਗਭਗ 2 ਰੁਪਏ 30 ਪੈਸੇ ਤੱਕ ਵੀ ਬੱਤੀ ਜਿਹੜੀ ਆ ਪੈਂਦੀ ਰਹੀ ਆ। ਤੇ ਅੱਜ ਦੀ ਡੇਟ ਦੇ ਅੰਦਰ ਜਿਹੜੀ ਸਰਕਾਰੀ ਤੌਰ ਦੇ ਤੇ ਬਿਜਲੀ ਲੈ ਰਹੇ ਆ, ਉਹ ਬਿਜਲੀ ਲਗਭਗ ਕੋਈ 4 ਰੁਪਏ ਤੋਂ 4.5 ਰੁਪਏ ਤੋਂ ਉੱਪਰ ਜਿਹੜੀ ਹੈਗੀ ਆ ਉਹ ਲਈ ਜਾ ਰਹੀ ਆ। ਉਹਦੇ ਤੇ ਐਡਮਿਨਿਸਟ੍ਰੇਟਿਵ ਚਾਰजेस, ਉਹਦੇ ਤੇ ਬਾਕੀ ਦੇ ਜਿਹੜੇ ਖਰਚੇ ਹੈਗੇ ਆ ਉਹ ਪੈ ਕੇ ਉਹ ਅੱਜ ਦੀ ਡੇਟ ਦੇ ਅੰਦਰ ਲੋਕਾਂ ਤੱਕ ਜਿਹੜਾ ਹੈਗਾ ਪਹਿਲਾ ਸਲੈਬ ਉਹ ਕੋਈ 6.5 ਰੁਪਏ ਯੂਨਿਟ ਜਾ ਰਿਹਾ ਹੈਗਾ। 6.5 ਰੁਪਏ ਇਹ ਸਰਕਾਰ ਨੂੰ ਪੈਂਦਾ ਆ, ਤਾਂ ਸਾਨੂੰ ਤਾਂ ਮੈਨੂੰ ਲੱਗਦਾ 8 9 10 ਰੁਪਏ ਵੀ ਪਈ ਜਾਂਦਾ। ਬਿਲਕੁਲ ਇਦਾਂ ਹੀ ਆ ਜੀ। ਜਿਹੜਾ ਘਰੇਲੂ ਇਸ ਵੇਲੇ ਆਪਾਂ ਨੂੰ ਬਿਜਲੀ ਮਿਲਦੀ ਆ ਉਹ ਕਰੀਬ ਜੇ ਆਪਾਂ ਅੰਦਾਜ਼ਾ ਲਾ ਕੇ ਦੇਖੀਏ ਤੇ 8 ਤੋਂ 9 ਰੁਪਏ ਯੂਨਿਟ ਮਿਲ ਰਹੀ ਆ। ਤੇ ਜਿਹੜੀ ਵਪਾਰਕ ਬਿਜਲੀ ਹੈਗੀ ਆ ਉਹ ਇਸ ਤੋਂ ਵੀ ਰੁਪਿਆ ਸਵਾ ਰੁਪਿਆ ਮਹਿੰਗੀ ਹੁੰਦੀ ਆ। ਤੇ ਜਿਹੜੀ ਉਸ ਤੋਂ ਉੱਪਰ ਚਲੇ ਜਾਂਦੇ ਆ ਫਿਰ ਆਪਾਂ ਜਿਹਨੂੰ ਆਪਾਂ ਉਦਯੋਗਿਕ ਬਿਜਲੀ ਵਰਤੋਂ, ਉਹਦੇ ਲਈ ਉਸ ਤੋਂ ਮਹਿੰਗੀ ਮਿਲਦੀ ਆ। ਤੇ ਉਹ ਹੁਣ ਇੱਥੇ ਜਿਹੜਾ ਬਿਜਲੀ ਦਾ ਰੇਟ ਹੈਗਾ ਉਹਨੂੰ ਤੈਅ ਕਰਨ ਵਾਸਤੇ 2 ਢੰਗ ਹੈਗੇ ਆ। ਇੱਕ ਢੰਗ ਹੈ ਸਰਕਾਰ ਜਿਹੜੀ ਬਿਜਲੀ ਲੋਕਾਂ ਨੂੰ ਆਪਣੇ ਏਜੰਡੇ ਨੂੰ ਪੂਰਾ ਕਰਨ ਵਾਸਤੇ ਜਿਹਨੂੰ ਫ੍ਰੀ 'ਚ ਦੇਣੀ ਆ ਉਹ ਪੈਸਾ ਦੇਵੇ, ਇੱਕ ਢੰਗ ਉਹ ਹੈਗਾ, ਉਹਨੂੰ ਆਪਾਂ ਸਬਸਿਡੀ ਕਹਿੰਦੇ ਆ। ਤੇ ਦੂਜਾ ਢੰਗ ਹੈਗਾ ਵੀ ਜਿਹੜੀ ਸੂਬਾ ਸਰਕਾਰ ਹੈਗੀ ਆ ਉਹ ਸੂਬਾ ਸਰਕਾਰ ਆਪਣੇ ਅੰਦਰ ਕੋਲ ਜਿਹੜੇ ਲੋਕਾਂ ਨੂੰ ਉਹਨੇ ਸਸਤੀ ਤੇ ਮਹਿੰਗੀ ਉਹਦੇ 'ਚ, ਕਿਉਂਕਿ ਜਿਹੜਾ ਘਰੇਲੂ ਲੋਕ ਹੈਗੇ ਆ ਘਰੇਲੂ ਵਰਤੋਂ ਵਾਸਤੇ, ਉਹ ਕੋਈ ਵਪਾਰਕ ਕੰਮ ਨਹੀਂ ਕਰਨਾ ਉਹਨੂੰ ਆਪਾਂ ਸੋਸ਼ਲ ਓਬਲੀਗੇਸ਼ਨ ਕਹਿੰਦੇ ਆ, ਉਹਦੇ ਲਈ ਜਿਹੜੀ ਬਿਜਲੀ ਆ ਉਹਨੇ ਸਸਤੀ ਦੇਣੀ ਚਾਹੀਦੀ ਆ। ਤੇ ਉਸ ਤੋਂ ਬਾਅਦ ਉਹਦੀ ਪ੍ਰਤੀਪੂਰਤੀ ਵਾਸਤੇ ਜਿਹੜਾ ਉਦਯੋਗਿਕ ਖੇਤਰ ਆ, ਕਿਉਂਕਿ ਉਦਯੋਗ ਦੇ ਵਿੱਚੋਂ ਜਿਹੜਾ ਪ੍ਰੋਡਕਟ ਬਣਨਾ ਆ ਉਹ ਪ੍ਰੋਡਕਟ ਦੇ ਉੱਤੇ ਬਿਜਲੀ ਦਾ ਵੀ ਜਿੰਨੀ ਵਰਤੋਂ ਜਿੰਨੀ ਕੀਮਤ ਆਈ ਆ ਉਹ ਵਿੱਚ ਪੈ ਜਾਣੀ ਆ ਤੇ ਉਹ ਲੋਕਾਂ ਕੋਲ ਉਹਦੇ ਮੁਤਾਬਕ ਉਹਦੀ ਕੀਮਤ ਬਣਨੀ ਆ। ਸੋ ਉੱਥੇ ਆਪਾਂ ਉਹਨੂੰ ਵੱਧ ਬਿਜਲੀ ਦਾ ਰੇਟ ਲਾ ਕੇ ਤੇ ਆਮ ਲੋਕਾਂ ਨੂੰ ਘੱਟ ਬਿਜਲੀ ਦਾ ਰੇਟ ਦੇ ਕੇ ਇਹਨੂੰ ਆਪਾਂ ਕ੍ਰਾਸ ਸਬਸਿਡੀ ਕਹਿੰਦੇ ਆ। ਉੱਥੋਂ ਕ੍ਰਾਸ ਸਬਸਿਡੀ ਦੇ ਨਾਲ ਆਪਾਂ ਰੇਟ ਬਣਾ ਲੈਂਦੇ ਆ। ਹੁਣ ਪੰਜਾਬ ਦੀ ਹਾਲਤ ਇਹ ਹੈਗੀ ਆ ਵੀ ਇੱਥੇ ਸਾਡੇ ਕੋਲ ਜਿਹੜਾ ਉਦਯੋਗ ਹੈਗਾ ਉਹ ਐਡਾ ਜ਼ਿਆਦਾ ਨਹੀਂ ਹੈ, ਘਰੇਲੂ ਜਿਹੜੇ ਬਹੁਤ ਜ਼ਿਆਦਾ ਆ। ਤੇ ਘਰੇਲੂ ਨੂੰ ਜਿਹੜੀ ਆਪਾਂ ਬਿਜਲੀ ਸਸਤੀ ਦੇ ਪਾ ਰਹੇ ਆ ਜਿੰਨੀ ਕੁ,
ਉਹ ਓਨੀ ਹੀ ਕੰਪਨਸੇਟ ਹੋ ਸਕਦੀ ਹੈ, ਇਸ ਤੋਂ ਜ਼ਿਆਦਾ ਹੋ ਨਹੀਂ ਸਕਦੀ। ਤੇ ਨਾਲ ਦੀ ਨਾਲ ਸਾਡੇ ਕੋਲ ਇੱਥੇ ਐਗਰੀਕਲਚਰ ਖੇਤਰ ਜਿਹੜਾ ਹੈਗਾ, ਜਿਹਨੂੰ ਆਪਾਂ ਟਿਊਬਲਾਂ ਦੀ ਬਿਜਲੀ ਕਹਿੰਦੇ ਆ, ਉਹਨਾਂ ਨੂੰ ਵੀ ਸਰਕਾਰੀ ਪਾਲਿਸੀ ਦੇ ਮੁਤਾਬਕ ਆਪਾਂ ਫ੍ਰੀ 'ਚ ਬਿਜਲੀ ਦੇ ਰਹੇ ਹਾਂ, ਤੇ ਉਹ ਵੀ ਸਰਕਾਰ ਜਿਹੜੀ ਹੈ ਉਹਨੂੰ ਆਪਣੇ ਕੋਲੋਂ ਦੇਣੀ ਪੈ ਰਹੀ ਆ। ਤੇ ਉਹਦੀ ਪ੍ਰਤੀਪੂਰਤੀ ਜਿਹੜੀ ਮਰਜ਼ੀ ਵੀ ਸਰਕਾਰ ਆ ਜਾਵੇ, ਜੇ ਉਹਨੇ ਇਹਨੂੰ ਜਾਰੀ ਰੱਖਣਾ ਆ ਤੇ ਉਹ ਜਾਰੀ ਰੱਖ ਕੇ ਇਸ ਤੋਂ ਘੱਟ ਰੇਟ ਸਾਡੇ ਮੁਤਾਬਕ ਨਹੀਂ ਲੱਗ ਰਿਹਾ, ਕਿਉਂਕਿ ਪਿਛਲੇ ਸਮੇਂ 'ਚ ਜਿਹੜੀਆਂ ਸਰਕਾਰਾਂ ਨੇ ਪ੍ਰਾਈਵੇਟ ਪਲੇਅਰ ਨੂੰ ਇੱਥੇ ਲਿਆ ਕੇ ਬਿਜਲੀ ਬਣਾਉਣੀ ਸ਼ੁਰੂ ਕੀਤੀ ਆ, ਉਹਨਾਂ ਦੇ ਨਾਲ ਜਿਹੜੇ ਅਹਿਦਨਾਮੇ ਕੀਤੇ ਆ, ਇੱਕ ਤਾਂ ਉਹਦਾ ਸਮਾਂ ਬਹੁਤ ਲੰਬਾ ਰੱਖ ਲਿਆ, ਇੱਕ ਉਹਨਾਂ ਦੇ ਨਾਲ ਜਿਹੜੇ ਅਹਿਦਨਾਮੇ ਕੀਤੇ ਆ ਉਹ ਅਹਿਦਨਾਮੇ ਇਦਾਂ ਦੇ ਆ ਵੀ ਉਹਦਾ ਖਮਿਆਜਾ ਭੁਗਤਣਾ ਹੁਣ ਪੈ ਰਿਹਾ। ਉਦਾਹਰਣ ਦੇ ਤੌਰ ਦੇ ਉੱਤੇ ਪਿਛਲੇ ਸਾਲ ਲੋਕਡਾਊਨ ਦੇ ਦੌਰਾਨ ਕਰੀਬ 4 ਮਹੀਨੇ ਸਾਰਾ ਕੁਝ ਠੱਪ ਸੀਗਾ। ਠੱਪ ਹੋਣ ਦੇ ਸਮੇਂ ਦੇ ਦੌਰਾਨ ਵੀ ਹਰ ਰੋਜ਼ ਦਾ 10 ਕਰੋੜ ਰੁਪਈਆ ਬਗੈਰ ਬਿਜਲੀ ਵਰਤੋਂ ਦਾ ਆਪਾਂ ਉਹਨਾਂ ਨੂੰ ਦਿੰਦੇ ਰਹੇ ਹਾਂ। ਇੱਕ ਦਿਨ ਦਾ 10 ਕਰੋੜ ਰੁਪਈਆ। ਹੁਣ ਜਦੋਂ ਆਪਾਂ ਇੱਕ ਦਿਨ ਦਾ 10 ਕਰੋੜ ਰੁਪਈਆ ਤਾਂ ਮਹੀਨੇ ਦਾ 300 ਕਰੋੜ ਰੁਪਈਆ, ਤੇ 4 ਮਹੀਨੇ ਜਦੋਂ ਆਪਾਂ ਨਹੀਂ ਵੀ ਵਰਤੀ ਤੇ ਉਦੋਂ ਆਪਾਂ 1200 ਕਰੋੜ ਰੁਪਏ ਦੇ ਕਰੀਬ ਉਹਨਾਂ ਨੂੰ ਦੇ ਦਿੱਤਾ। ਇਦਾਂ ਦੀਆਂ ਇਹ ਤਾਂ ਜਿਹੜੇ ਉਹਨਾਂ ਨੇ ਐਦ ਕੀਤੇ ਆ, ਉਹਦੇ 'ਚ ਇਹ ਐਦ ਦੀਆਂ ਸ਼ਰਤਾਂ ਇਦਾਂ ਦੀਆਂ, ਕੁਝ ਛੋਟੀਆਂ ਕਮੀਆਂ ਤੇ ਗਲਤੀਆਂ ਛੱਡ ਲੈਂਦੇ ਆ। ਉਹ ਕਮੀਆਂ ਤੇ ਗਲਤੀਆਂ ਦਾ ਫਾਇਦਾ ਜਿਹੜਾ ਆ ਉਹ ਅਦਾਲਤਾਂ ਦੇ ਥਰੂ ਜਿਹੜੀਆਂ ਪ੍ਰਾਈਵੇਟ ਪਾਰਟੀਆਂ ਹੈਗੀਆਂ ਉਹ ਲੈ ਲੈਂਦੀਆਂ। ਜਿੱਦਾਂ ਆਪਾਂ ਜਿਹੜਾ ਰਾਜਪੁਰੇ ਵਾਲਾ ਥਰਮਲ ਪਲਾਂਟ ਹੈ, ਇਹ L&T ਨੇ ਤਿਆਰ ਕੀਤਾ ਸੀ, ਤੇ ਇਹਨਾਂ ਨੇ ਉਸ ਵੇਲੇ ਉਹਦੇ 'ਚ ਇੱਕ ਕਲੌਜ਼ ਵੀ ਕੋਲਾ ਧੋ ਕੇ ਪਾਉਣਾ ਕਿ ਨਹੀਂ ਧੋ ਕੇ ਪਾਉਣਾ, ਇੱਕ ਛੋਟਾ ਜਿਹਾ ਪੁਆਇੰਟ ਉਹਦੇ 'ਚ ਉਹ ਅਨਕਲੀਅਰਡ ਛੱਡ ਲਿਆ। ਬਾਅਦ ਵਿੱਚ ਉਹਦਾ ਫਾਇਦਾ ਲੈ ਕੇ ਤੇ ਉਹ 2500 ਕਰੋੜ ਰੁਪਈਆ ਉਹਦਾ ਵੀ ਲੈ ਗਏ ਉੱਥੋਂ। 24 ਸਾਲ ਦਾ ਮੈਨੂੰ ਲੱਗਦਾ ਕਿ ਇਹਨਾਂ ਨੇ MOU ਸਾਈਨ ਕੀਤਾ, ਤੇ ਕਿੰਨੇ ਕ ਸਾਲ ਹੋ ਗਏ ਤੇ ਕਿੰਨੇ ਕ ਰਹਿੰਦੇ ਆ? ਤੇ ਜਿਹੜਾ ਇਹ ਵਾਈਟ ਪੇਪਰ ਦੀ ਗੱਲ ਕਰਦੇ ਆ ਕਿ ਉਹ ਲਿਆ ਕੇ ਅਸੀਂ ਰੱਦ ਕਰ ਦਾਂਗੇ, ਹੋ ਜਾਊਗਾ ਇਦਾਂ? ਜਿੱਥੋਂ ਤੱਕ ਸਾਡੀ ਸਮਝ ਹੈ ਇਸ ਸਿਸਟਮ ਨੂੰ, ਜਿੰਨਾ ਕੁ ਅਸੀਂ ਸਮਝਦੇ ਹਾਂ, ਕਿਉਂਕਿ ਆਲ ਇੰਡੀਆ ਲੈਵਲ ਦੇ ਉੱਤੇ ਵੀ ਅਸੀਂ ਵਰਕ ਕਰਦੇ ਹਾਂ, ਸਟੇਟ ਲੈਵਲ ਤੇ ਵੀ ਵਰਕ ਕਰਦੇ ਹਾਂ, ਸਾਰੇ ਸਿਸਟਮ ਨੂੰ ਸਟੱਡੀ ਕਰਨ ਤੋਂ ਬਾਅਦ ਸਾਨੂੰ ਸਾਡੇ ਮੁਤਾਬਕ ਇਹ ਜਿਹੜਾ ਸਮਾਂ ਜਿੰਨਾ ਹਜੇ ਹੋਰ ਰਹਿੰਦਾ ਵੀ ਹੈ, ਜਦੋਂ ਤੱਕ ਉਹ ਪੁੱਗੇਗਾ ਨਹੀਂ, ਉਦੋਂ ਤੱਕ ਕੋਈ ਵੀ ਸਰਕਾਰ ਇਸ ਸਮਰੱਥਾ 'ਚ ਨਹੀਂ ਹੈਗੀ ਕਿ ਉਹਨੂੰ ਬਦਲ ਲਵੇ। ਕਿਉਂਕਿ ਉਹਦੇ 'ਚ ਸ਼ਰਤਾਂ ਹੀ ਇਦਾਂ ਦੀਆਂ ਵੀ ਉਹਨਾਂ ਨੂੰ ਇੰਨੇ ਪੈਸੇ ਦੇਣੇ ਪੈਣਗੇ ਜਿਹੜੇ ਪੈਸੇ ਸਰਕਾਰ ਦੇਣ ਦੇ ਯੋਗ ਨਹੀਂ ਹੈਗੀ। ਜਿਹੜੇ ਇਹ ਚੁਣਾਵੀ ਮੁੱਦਿਆਂ ਦੇ ਵਿੱਚ ਵਾਅਦੇ ਕਰੀ ਜਾਂਦੇ ਆ ਕਿ ਅਸੀਂ ਸਸਤੀ ਕਰ ਦਿਆਂਗੇ, ਕੋਈ ਕਹਿੰਦਾ ਫ੍ਰੀ ਕਰ ਦਿਆਂਗੇ, ਹੋ ਜਾਊਗਾ ਇਦਾਂ? ਮੈਂ ਚੁਣਾਵੀ ਵਿਸ਼ੇ ਦੇ ਉੱਤੇ ਗੱਲ ਨਹੀਂ ਕਰ ਸਕਦਾ, ਪਰ ਮੈਂ ਇਹਨਾਂ ਜਿਹੜੀ ਗੱਲ ਕਾਗਜ਼ਾਂ ਦੇ ਵਿੱਚ ਬਿਲਕੁਲ ਰਿਕਾਰਡ ਦੇ ਉੱਤੇ ਔਰ ਸਾਹਮਣੇ ਕੈਲਕੂਲੇਸ਼ਨ ਦੇ ਹਿਸਾਬ ਨਾਲ ਆਉਂਦੀ ਆ, ਉਹ ਇਹ ਸਾਬਤ ਕਰਦੀ ਆ ਵੀ ਇੱਕ ਪਾਸੇ MOU ਹੈਗੇ ਆ, ਦੂਜੇ ਪਾਸੇ ਖਜ਼ਾਨੇ ਦੀ ਗੱਲ ਹੈ, ਤੇ ਦੂਜੇ ਪਾਸੇ ਲੋਕਾਂ ਦੀ ਜ਼ਰੂਰਤ ਹੈ। ਇਹਨਾਂ ਤਿੰਨਾਂ ਚੀਜ਼ਾਂ ਨੂੰ ਆਪਾਂ ਜਦੋਂ ਸਾਹਮਣੇ ਰੱਖ ਕੇ ਦੇਖਦੇ ਹਾਂ ਤੇ ਇਹਦੇ 'ਚ ਕਿਤੇ ਵੀ ਇਹ ਜਗ੍ਹਾ ਨਹੀਂ ਬਚਦੀ ਵੀ ਇਹ ਚੀਜ਼ਾਂ ਸਸਤੀਆਂ ਹੋ ਸਕਦੀਆਂ, ਕਿਉਂਕਿ ਕ੍ਰਾਸ ਸਬਸਿਡੀ ਦੋ ਚੀਜ਼ਾਂ ਅਲੱਗ ਹੈਗੀਆਂ। ਮਾਰਕੀਟ 'ਚੋਂ ਬਿਜਲੀ ਆਉਂਦੀ ਅਲੱਗ ਹੈਗੀ ਆ, ਲੋਕਾਂ ਦੀ ਜ਼ਰੂਰਤ ਅਲੱਗ ਹੈਗੀ। ਇਸ ਕਰਕੇ ਇਹ ਸਵਾਲ ਜਿਹੜਾ ਹਜੇ ਵੀ ਸਵਾਲ ਬਣਿਆ ਹੋਇਆ ਕਿ ਲੋਕਾਂ ਨੂੰ ਕਿਤੇ ਉਹ 15 ਲੱਖ ਜੇਬ 'ਚ ਆਏਗਾ ਉੱਦਾਂ ਦਾ ਇਸ਼ੂ ਨਾ ਬਣ ਕੇ ਰਹਿ ਜਾਵੇ। ਇਸ ਕਰਕੇ ਲੋਕਾਂ ਨੂੰ ਸੁਚੇਤ ਕਰਨ ਦੀ ਜ਼ਰੂਰਤ ਹੈ। ਮੈਂ ਡੇਲੀ ਪੋਸਟ ਦਾ ਇਸ ਗੱਲੋਂ ਵੀ ਧੰਨਵਾਦੀ ਹਾਂ ਕੋਈ ਇਸ ਵਿਸ਼ੇ ਦੇ ਉੱਤੇ ਸਮਾਂ ਰਹਿੰਦਿਆਂ ਲੋਕਾਂ ਨੂੰ ਆਗਾਹ ਕਰਨ ਵਾਸਤੇ ਆਏ। ਮੈਂ ਸਿਰਫ ਤੁਹਾਡਾ 1 ਜਾਂ 1.5 ਮਿੰਟ ਹੋਰ ਲਵਾਂਗਾ ਕਿ ਸੂਬਿਆਂ ਦੀ ਗੱਲ ਕਰਦੇ ਆ, ਕਹਿੰਦੇ ਕਿ ਕਈ ਸੂਬਿਆਂ ਦੇ ਵਿੱਚ ਸਸਤੀ ਹੋ ਗਈ ਆ, ਕਈ ਸੂਬਿਆਂ ਦੇ ਵਿੱਚ ਬਹੁਤ ਜ਼ਿਆਦਾ ਮਹਿੰਗੀ, ਜਿਵੇਂ ਪੰਜਾਬ ਦੇ ਵਿੱਚ ਬੜੀ ਮਹਿੰਗੀ ਆ। ਸੂਬਿਆਂ ਦੇ ਵਿੱਚ ਕਿੱਦਾਂ? ਦਿੱਲੀ ਦੀ ਗੱਲ ਆ ਲਈ ਹੈ, ਦਿੱਲੀ 'ਚ ਕਹਿੰਦੇ ਵੀ ਅਸੀਂ ਤਾਂ ਬਿਜਲੀ ਸਸਤੀ ਕਰਤੀ। ਹਾਂ, ਆਮ ਲੋਕਾਂ ਦੀ ਸਮਝ ਦਾ ਜਿਹੜਾ ਖੇਤਰ ਹੈ ਉਹਨੂੰ ਆਪਾਂ ਸਮਝਾਉਣ ਵਾਸਤੇ ਉਹਦੀ ਉਦਾਹਰਣ ਦੇ ਤੌਰ ਤੇ ਲੈ ਸਕਦੇ ਹਾਂ। ਦਿੱਲੀ ਦੇ ਵਿੱਚ ਜਿਹੜਾ ਟਿਊਬਵੈੱਲ ਕਨੈਕਸ਼ਨ ਹੈ ਉਹ ਨਾ ਮਾਤਰ ਹੈ, ਜੇ ਆਪਾਂ ਕਹਿ ਲਈਏ ਹੈ ਨਹੀਂਗਾ, ਤੇ ਪੰਜਾਬ ਦੇ ਵਿੱਚ ਲਗਭਗ 16 ਲੱਖ ਟਿਊਬਵੈੱਲ ਕਨੈਕਸ਼ਨ ਹੈ। ਉਹਨੂੰ ਆਪਾਂ 8 ਘੰਟੇ ਬਿਜਲੀ ਦਿੰਦੇ ਆ ਪੂਰੇ ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ। ਸੋ ਖੁਸ਼ਹਾਲ ਸੂਬਾ ਆ। ਸੋ ਉਹਦੇ ਨਾਲ ਉੱਥੇ ਇੱਕ ਤਾਂ ਉਹ ਬਿਜਲੀ ਦਾ ਜਿਹੜਾ ਪੈਸਾ ਜਿਹੜੀ ਇੱਥੇ ਫ੍ਰੀ ਦਿੰਦੇ ਆ ਉਹ ਪੈਸਾ ਬਚਦਾ। ਦੂਜਾ ਉੱਥੇ ਜਿਹੜਾ ਘਰੇਲੂ ਕਨੈਕਸ਼ਨ ਹੈ ਉਹ ਬਹੁਤ ਘੱਟ ਹੈ। ਲੋਕ ਕਹਿਣਗੇ ਵੀ ਉੱਥੇ ਲੋਕ ਰਹਿੰਦੇ ਆ, ਉਹ ਘੱਟ ਕਿੱਦਾਂ? ਕਿਉਂਕਿ ਉੱਥੇ ਜਿਹੜੇ ਲੋਕ ਰਹਿੰਦੇ ਉਹ ਜਾਂ ਤਾਂ PG ਵਾਲੇ ਬੱਚੇ ਜ਼ਿਆਦਾ ਰਹਿੰਦੇ ਆ, ਜਾਂ ਟਿਊਸ਼ਨ ਕੇਂਦਰਾਂ ਵਾਲੇ ਰਹਿੰਦੇ ਆ, ਜਾਂ ਉੱਥੇ ਘਰ ਦੇ ਵਿੱਚ ਛੋਟੇ ਜਿਹੜੇ ਵਪਾਰਕ ਕੇਂਦਰ ਹੈਗੇ ਆ, ਉਹਦੇ ਕਰਕੇ ਉੱਥੇ ਵਪਾਰਕ ਜਿਹੜੇ ਕਨੈਕਸ਼ਨ ਹੈ ਜ਼ਿਆਦਾ, ਘਰੇਲੂ ਕਨੈਕਸ਼ਨ ਘੱਟ ਆ। ਤੇ ਪੰਜਾਬ ਦੇ ਵਿੱਚ ਵਪਾਰਕ ਕਨੈਕਸ਼ਨ ਨਾ ਮਾਤਰ ਹੈ ਤੇ ਘਰੇਲੂ ਕਨੈਕਸ਼ਨ ਬਹੁਤ ਜ਼ਿਆਦਾ ਆ। ਇਸ ਕਰਕੇ ਘਰੇਲੂ ਨੂੰ ਸਬਸਿਡੀ ਵੀ ਦੇਣੀ ਪੈ ਰਹੀ ਆ, ਤੇ ਘਰੇਲੂ ਦੇ ਕਰਕੇ ਦੂਜੇ ਸੈਕਟਰ ਜਿਹੜਾ ਖੇਤੀ ਸੈਕਟਰ ਹੈ ਉਹਨੂੰ ਬਿਜਲੀ ਵੀ ਫ੍ਰੀ 'ਚ ਦੇਣੀ ਪੈ ਰਹੀ ਆ। ਕੋਈ ਵੀ ਸਰਕਾਰ ਆਏਗੀ ਜੇ ਉਹਨੇ ਇਸ ਚੀਜ਼ ਨੂੰ ਜਾਰੀ ਰੱਖਣਾ ਆ ਤੇ ਇਹਦੇ ਤੋਂ ਘੱਟ ਰੇਟ ਤੇ ਬਿਜਲੀ ਨਹੀਂ ਪ੍ਰੋਵਾਈਡ ਕਰਾ ਸਕਦੀ, ਤੇ ਉੱਥੇ ਕ੍ਰਾਸ ਸਬਸਿਡੀ ਜਿਹੜੀ ਹੈਗੀ ਆ ਇੰਡਸਟਰੀ ਨੂੰ ਤੇ ਜਿਹੜਾ ਉਦਯੋਗਿਕ ਖੇਤਰ ਹੈ ਉਹਨੂੰ ਜ਼ਿਆਦਾ ਰੇਟ ਲਾ ਕੇ, ਜਿਹੜਾ ਦੱਸਿਆ ਨਹੀਂ ਜਾ ਰਿਹਾ ਉਹਨੂੰ ਜ਼ਿਆਦਾ ਰੇਟ ਲਾ ਕੇ, ਥੋੜਾ ਜਿਹਾ ਪੈਸਾ ਲੋਕਾਂ ਦੀ ਜਿਹੜੇ ਘਰੇਲੂ ਬਿਜਲੀ ਉਹਨੂੰ ਸਸਤਾ ਦਿਖਾ ਕੇ, ਤੇ ਇਹ ਲੋਕਾਂ ਦੇ ਅੰਦਰ ਇੱਕ ਭਰਮ ਜ਼ਰੂਰ ਬਣਿਆ ਹੋਇਆ। ਅਸਲ ਰੂਪ ਦੇ ਅੰਦਰ ਲੋਕਾਂ ਨੂੰ ਕੋਈ
ਪੂਰਨ ਰੂਪ 'ਚ ਜੇ ਆਪਾਂ ਕਹੀਏ ਵੀ ਸਮੁੱਚੇ ਖੇਤਰ 'ਚ ਕੋਈ ਬਦਲਾਅ ਆਇਆ, ਉਹ ਬਦਲਾਅ ਨਹੀਂ ਹੈਗਾ। ਜਿੰਨੀ ਕੁ ਮੇਰੀ ਸਮਝ ਆ ਤੁਹਾਡੀਆਂ ਗੱਲਾਂ 'ਚੋਂ ਮੈਨੂੰ ਇੰਨੀ ਕੁ ਸਮਝ ਤਾਂ ਜ਼ਰੂਰ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਬਿਜਲੀ ਨਹੀਂ ਸਸਤੀ ਹੋ ਸਕਦੀ। ਹਜੇ ਤੱਕ ਇਦਾਂ ਦੇ ਹਾਲਾਤ ਨਹੀਂ ਹੈਗੇ ਜੀ। ਹਜੇ ਤੱਕ ਇਦਾਂ ਦਾ ਕੋਈ ਬਦਲਾਅ ਵਾਲਾ ਜਿਹੜੀ ਵੀ ਕੋਈ ਆਉਣ ਵਾਲੇ ਸਮੇਂ 'ਚ ਵੀ, ਕਿਉਂਕਿ ਇਹ MOU ਲੰਬੇ ਸਮੇਂ ਤੱਕ ਚੱਲਣੇ ਆ। ਸਰਕਾਰ ਦੇ ਕੋਲ ਪੈਸਾ ਨਹੀਂ ਹੈ। 1 ਮੈਗਾਵਾਟ ਯੂਨਿਟ ਲਾਉਣ ਵਾਸਤੇ ਕੋਈ 750 ਕਰੋੜ ਰੁਪਈਆ ਚਾਹੀਦਾ ਆ, ਤੇ ਸਰਕਾਰ 750 ਕਰੋੜ ਰੁਪਈਆ ਲਾ ਕੇ ਕੋਈ ਯੂਨਿਟ ਤਿਆਰ ਨਹੀਂ ਕਰ ਸਕਦੇ। ਇਸ ਕਰਕੇ ਸਸਤੀ ਬਿਜਲੀ ਆਪ ਪੈਦਾ ਨਹੀਂ ਕਰ ਸਕਦੀ। ਬਾਹਰੋਂ ਬਿਜਲੀ ਜਿਹੜੀ ਲੈਣੀ ਆ ਉਹ ਮਿਲਣੀ ਇਸ ਰੇਟ ਤੇ ਆ ਕਿ ਉਸ ਤੋਂ ਬਗੈਰ ਗੁਜ਼ਾਰਾ ਨਹੀਂ ਹੈਗਾ ਜੀ। ਧੰਨਵਾਦ ਰਾਏ ਸਾਹਿਬ, ਤੁਸੀਂ ਬੜੀ ਡਿਟੇਲ ਦੇ ਵਿੱਚ ਸਾਨੂੰ ਸਮਝਾਇਆ। ਤਾਂ ਲੋਕਾਂ ਨੂੰ ਵੀ ਆਸ ਕਰਦੇ ਹਾਂ ਕਿ ਸਮਝ ਜ਼ਰੂਰ ਲੱਗੀ ਹੋਊਗੀ। ਕਿਤੇ ਦੇਖਿਓ 15 ਲੱਖ ਵਾਲਾ ਵੀ ਜੁਮਲਾ ਜਿਹੜਾ ਵਾ ਉਹ ਬਿਜਲੀ ਵਾਲਾ ਨਾ ਬਣ ਕੇ ਰਹਿ ਜੇ। ਸੋਚ ਸਮਝ ਕੇ ਵੋਟ ਪਾਇਓ, ਕਿਉਂਕਿ ਹੁਣ ਲੀਡਰਾਂ ਨੂੰ ਆਮ ਮੁੱਦੇ ਉਹਨਾਂ ਦੀ ਜ਼ੁਬਾਨ ਤੇ ਆਉਣ ਲੱਗ ਜਾਣਗੇ, ਕਿਉਂਕਿ ਇਲੈਕਸ਼ਨ ਆ ਗਏ ਨੇ। ਸੋਚ ਸਮਝ ਕੇ ਹੀ ਆਪਣਾ ਫੈਸਲਾ ਸੁਣਾਇਓ। ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਜਲੰਧਰ।